ਭਾਰਤ ਤੇ ਪਾਕ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ। S-400 ਨਾਲ ਹਵਾ 'ਚ ਹੀ ਤਬਾਹ ਕੀਤੀਆਂ ਪਾਕ ਮਿਜ਼ਾਈਲਾਂ। 15 ਫੌਜੀ ਟਿਕਾਣਿਆਂ ਤੇ ਹਮਲੇ ਦੀ ਸੀ ਕੋਸ਼ਿਸ਼। ਲਾਹੌਰ 'ਚ 에ਅਰ ਡਿਫੈਂਸ ਸਿਸਟਮ ਵੀ ਕੀਤਾ ਤਬਾਹ। ਪਾਕਿਸਤਾਨ ਵੱਲੋਂ ਪੰਜਾਬ 'ਚ 8 ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼। ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਨੂੰ ਕੀਤਾ ਗਿਆ ਸੀ ਟਾਰਗੇਟ, ਪਰ ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜਵਾਂ ਜਵਾਬ। ਪਾਕਿਸਤਾਨ ਦੇ ਲਾਹੌਰ ਤੇ ਕਰਾਚੀ 'ਚ ਹੋਏ ਧਮਾਕੇ। ਲਾਹੌਰ 에ਅਰਪੋਰਟ ਨੇੜੇ ਲਗਾਤਾਰ 3 ਬਲਾਸਟ, ਤਾਂ ਕਰਾਚੀ 'ਚ ਵੀ ਹੋਏ ਧਮਾਕੇ। ਅਜੇ ਵੀ ਜਾਰੀ ਹੈ ਆਪਰੇਸ਼ਨ ਸਿੰਧੂਰ। ਆਲ ਪਾਰਟੀ ਮੀਟਿੰਗ 'ਚ ਕੇਂਦਰ ਸਰਕਾਰ ਨੇ ਦਿੱਤੀ ਜਾਣਕਾਰੀ। ਆਪਰੇਸ਼ਨ ਸਿੰਧੂਰ 'ਚ 100 ਅੱਤਵਾਦੀ ਢੇਰ ਕੀਤੇ ਜਾਣ ਦਾ ਵੀ ਕੀਤਾ ਦਾਅਵਾ। ਭਾਰਤ ਪਾਕ ਤਣਾਅ ਵਿਚਾਲੇ ਪੰਜਾਬ ਪੁਲਿਸ ਦੀਆਂ ਛੁੱਟੀਆਂ ਰੱਦ। ਸਾਰੇ ਅਫਸਰਾਂ ਤੇ ਪੁਲਿਸ ਕਰਮੀਆਂ ਦੀਆਂ ਛੁੱਟੀਆਂ ਕੈਂਸਲ। ਤੁਰੰਤ ਪ੍ਰਭਾਵ ਨਾਲ ਆਰਡਰ ਲਾਗੂ। ਗੁਰਦਾਸਪੁਰ 'ਚ ਅੱਜ 8 ਘੰਟੇ ਦਾ ਬਲੈਕਆਊਟ। ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਰਹੇਗੀ ਬਿਜਲੀ। ਡੀਸੀ ਨੇ ਜਾਰੀ ਕੀਤੇ ਆਰਡਰ। ਨੰਗਲ ਡੈਮ ਤੇ ਹੋਇਆ ਹਾਈ ਵੋਲਟੇਜ ਡਰਾਮਾ। ਮੰਤਰੀ ਹਰਜੋਤ ਬੈਂਸ ਅਤੇ ਆਪ ਵਰਕਰਾਂ ਨੇ BBMB ਚੇਅਰਮੈਨ ਨੂੰ ਬਣਾਇਆ ਬੰਧਕ। ਪੁਲਿਸ ਟੀਮ ਨੇ ਪਹੁੰਚ ਕੇ ਛੁਡਵਾਇਆ। CM ਬੋਲੇ, ਬਾਰਡਰ ਤੇ ਤਣਾਅ ਦੇ ਵਿਚਾਲੇ ਪੰਜਾਬ ਦਾ ਪਾਣੀ ਖੋਹਣ ਦੀ ਹੋ ਰਹੀ ਸਾਜ਼ਿਸ਼। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ CM ਮਾਨ ਖਿਲਾਫ FIR ਦੀ ਕੀਤੀ ਮੰਗ। ਬੋਲੇ, ਦੇਸ਼ ਧਰੋਹ ਦਾ ਮਾਮਲਾ ਹੋਵੇ ਦਰਜ। BBMB ਦੇ ਚੇਅਰਮੈਨ ਨੂੰ ਬੰਧਕ ਬਣਾਉਣਾ ਦੇਸ਼ ਦੇ ਖਿਲਾਫ। उत्तरकाशी ਦੇ ਗੰਗਨਾਨੀ 'ਚ ਕ੍ਰੈਸ਼ ਹੋਇਆ ਪ੍ਰਾਈਵੇਟ ਚੌਪਰ। ਹਾਦਸੇ ਸਮੇਂ 7 ਲੋਕ ਸਨ ਸਵਾਰ, 5 ਦੀ ਮੌਤ, 2 ਦੀ ਹਾਲਤ ਗੰਭੀਰ। ਗੰਗੋਤਰੀ ਧਾਮ ਜਾ ਰਹੀ ਸੀ ਯਾਤਰੀ। ਸਕੂਲ ਵੈਨ ਹਾਦਸੇ 'ਚ ਜਾਨ ਗਵਾਉਣ ਵਾਲੇ 5 ਮਾਸੂਮਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ। ਸਿਆਸਤਦਾਨਾਂ ਨੇ ਵੀ ਨਮ ਅੱਖਾਂ ਨਾਲ ਦਿੱਤੀ ਵਿਦਾਈ। ਮੁਕੰਮਲ ਤੌਰ ਤੇ ਬੰਦ ਰਿਹਾ ਸਮਾਣਾ। ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਰਣਬੀਰ ਸਿੰਘ ਰਾਣਾ। ਵੱਡੀ ਖਬਰ ਨਾਲ ਸ਼ੁਰੂਆਤ ਕਰਦੇ ਹਾਂ। ਭਾਰਤ ਦੇ ਵੱਲੋਂ ਪਾਕਿਸਤਾਨ ਦਾ ਹਮਲਾ ਨਾਕਾਮ ਕਰ ਦਿੱਤਾ ਗਿਆ। ਪਾਕਿਸਤਾਨ ਦੇ ਵੱਲੋਂ 15 ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਭਾਰਤ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਹੈ। ਇਕੱਲਾ ਇਲਾਕਾ ਦੱਸਾਂਗੇ ਕਿਸ ਥਾਂ ਤੇ ਪਾਕਿਸਤਾਨ ਦੇ ਵੱਲੋਂ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਚੰਡੀਗੜ੍ਹ ਸਮੇਤ 8 ਟਿਕਾਣਿਆਂ ਤੇ ਟਾਰਗੇਟ ਕੀਤਾ ਗਿਆ ਸੀ। ਡਰੋਨ ਤੇ ਮਿਜ਼ਾਈਲਾਂ ਦੇ ਜ਼ਰੀਏ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਸੀ, ਪਰ ਭਾਰਤ ਦੇ ਵੱਲੋਂ ਹਵਾ 'ਚ ਹੀ ਪਾਕਿਸਤਾਨ ਦੀਆਂ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ। ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਆਦਮਪੁਰ, ਬਠਿੰਡਾ, ਲੁਧਿਆਣਾ, ਚੰਡੀਗੜ੍ਹ, ਅਵੰਤੀਪੁਰਾ, ਸ਼੍ਰੀਨਗਰ, ਜੰਮੂ ਨਾਲ ਬੀਕਾਨੇਰ, ਫਲੋਦੀ, ਭੁੱਜ, ਉੱਤਰਾਲਾਈ, ਤਾਂ ਇਹਨਾਂ ਥਾਵਾਂ ਤੇ ਪਾਕਿਸਤਾਨ ਦੇ ਵੱਲੋਂ ਟਾਰਗੇਟ ਕੀਤਾ ਗਿਆ ਸੀ, ਨਿਸ਼ਾਨਾ ਬਣਾਇਆ ਜਾ ਰਿਹਾ ਸੀ। 15 ਫੌਜੀ ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਸੀ, ਜਿਸ ਨੂੰ ਭਾਰਤ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਹੈ। ਨਾਕਾਮ ਹੀ ਨਹੀਂ ਕੀਤਾ ਗਿਆ, ਬਲਕਿ ਹਵਾ ਦੇ ਵਿੱਚ ਹੀ, ਆਸਮਾਨ ਦੇ ਵਿੱਚ ਹੀ ਪਾਕਿਸਤਾਨ ਦੀਆਂ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਨਸ਼ਟ ਕਰ ਦਿੱਤਾ ਗਿਆ ਹੈ। ਭਾਰਤ ਨੇ ਹਵਾ ਦੇ ਵਿੱਚ ਹੀ ਪਾਕਿਸਤਾਨ ਦੀਆਂ ਮਿਜ਼ਾਈਲਾਂ ਤਬਾਹ ਕੀਤੀਆਂ ਨੇ, ਜਿਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਟੁਕੜੇ ਡਿੱਗੇ ਮਿਲੇ ਨੇ ਪਾਕਿਸਤਾਨ ਦੀਆਂ ਮਿਜ਼ਾਈਲਾਂ ਦੇ। ਮੇਡ ਇਨ ਚਾਈਨਾ ਮਿਜ਼ਾਈਲਾਂ ਸੀ ਜਿਨ੍ਹਾਂ ਦੇ ਟੁਕੜੇ ਮਿਲੇ ਨੇ, ਤੇ 15 ਟਿਕਾਣੇ ਫੌਜ ਦੇ ਇਹ ਸਾਰੇ ਟਿਕਾਣੇ ਜਿਨ੍ਹਾਂ ਦੇ ਉੱਤੇ ਇਹ ਟਾਰਗੇਟ ਕੀਤਾ ਗਿਆ ਸੀ। ਪੰਜਾਬ ਦੇ 7 ਫੌਜੀ ਟਿਕਾਣੇ ਨੇ ਜਿਸ ਤੇ ਹਮਲੇ ਦੀ ਦੇਰ ਰਾਤ ਕੋਸ਼ਿਸ਼ ਕੀਤੀ ਗਈ। ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ ਦੇ ਵਿੱਚ ਵੀ ਹਮਲੇ ਦੀ ਕੋਸ਼ਿਸ਼ ਸੀ। ਇਸ ਤੋਂ ਬਿਨਾਂ ਜਲੰਧਰ, ਆਦਮਪੁਰ, ਬਠਿੰਡਾ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪਾਕਿਸਤਾਨ ਦੇ ਵੱਲੋਂ, ਤੇ 7 ਫੌਜੀ ਟਿਕਾਣੇ ਨੇ ਜਿਨ੍ਹਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਹਵਾ ਦੇ ਵਿੱਚ ਹੀ ਨਿਸਤੋ ਨਾਬੂਦ ਕਰ ਦਿੱਤਾ ਗਿਆ ਇਹਨਾਂ ਮਿਜ਼ਾਈਲਾਂ ਨੂੰ, ਜਿਹੜੀਆਂ ਟਾਰਗੇਟ ਕਰ ਰਹੀਆਂ ਸੀ 15 ਫੌਜੀ ਟਿਕਾਣਿਆਂ ਨੂੰ, ਜਿਸ ਦੇ ਵਿੱਚ 7 ਟਿਕਾਣੇ ਪੰਜਾਬ ਦੇ ਵੀ ਸੀ। ਤਾਂ ਜਦੋਂ ਪੰਜਾਬ ਦੇ ਲੋਕ ਸੁੱਤੇ ਪਏ ਸੀ ਰਾਤ ਨੂੰ, ਤਾਂ ਉਸ ਵੇਲੇ ਭਾਰਤੀ ਫੌਜ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇ ਰਹੀ ਸੀ, ਹਮਲੇ ਨੂੰ ਨਾਕਾਮ ਕਰ ਰਹੀ ਸੀ। ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਾਕਿਸਤਾਨੀ ਮਿਜ਼ਾਈਲਾਂ ਨੂੰ ਹੇਠਾਂ ਸੁੱਟਿਆ ਜਾ ਰਿਹਾ ਹੈ। ਇਹੀ ਨਹੀਂ, ਜੋ ਲਾਹੌਰ ਦੇ ਵਿੱਚ 에ਅਰ ਡਿਫੈਂਸ ਸਿਸਟਮ ਹੈ ਉਸ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ। ਤਾਂ ਇੱਕ ਖਬਰ ਜੋ ਹੈ ਪੁਖਤਾ ਖਬਰ ਹੈ, ਜਿਸ ਦੇ ਮੁਤਾਬਕ ਪੰਜਾਬ ਦੇ 7 ਫੌਜੀ ਟਿਕਾਣੇ ਤੇ ਕੁੱਲ 15 ਟਿਕਾਣੇ
ਤਾਂ ਇਹ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ S-400 ਸੁਦਰਸ਼ਨ ਚੱਕਰ ਜੋ ਪਹਿਲੀ ਵਾਰ ਭਾਰਤ ਦੇ ਵੱਲੋਂ ਵਰਤਿਆ ਗਿਆ ਤੇ ਜਿਹੜੀਆਂ ਮਿਜ਼ਾਈਲਾਂ ਆ ਰਹੀਆਂ ਸੀ ਉਸ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਹੈ, ਆਸਮਾਨ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਗਿਆ। ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਵੇਂ ਜਦੋਂ ਭਾਰਤ ਦੇ ਵੱਲ ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਸੀ ਪਾਕਿਸਤਾਨ ਦੇ ਵੱਲੋਂ, ਤਾਂ ਇਸ ਤੋਂ ਬਾਅਦ ਭਾਰਤ ਦੇ ਵੱਲੋਂ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਗਿਆ। ਉਹਨਾਂ ਦਾ ਜਿਸ ਢੰਗ ਦੇ ਨਾਲ ਦੁਸ਼ਮਣ ਦਾ ਕਾਲ ਮੰਨਿਆ ਜਾ ਰਿਹਾ ਹੈ ਭਾਰਤ ਦਾ ਸੁਦਰਸ਼ਨ ਚੱਕਰ, ਭਾਰਤ ਦਾ ਸੁਦਰਸ਼ਨ ਚੱਕਰ S-400 ਤਾਂ 4 ਤਰ੍ਹਾਂ ਦੀਆਂ ਮਿਜ਼ਾਈਲਾਂ ਦੇ ਨਾਲ ਲੈਸ ਹੈ। S-400 ਜੋ 40 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਤੇ 400 ਕਿਲੋਮੀਟਰ ਤੱਕ ਇਸ ਦੀ ਰੇਂਜ ਹੈ। ਹੀ ਨਹੀਂ 40,000 ਫੁੱਟ ਤੱਕ ਟਾਰਗੇਟ ਨੂੰ ਤੁਰੰਤ ਖਤਮ ਕਰ ਦਿੰਦਾ ਹੈ ਤੇ ਇਸ ਦੀ ਸਮਰੱਥਾ ਹੈ। ਸਿਸਟਮ ਦਾ ਰਾਡਾਰ ਬੇहद ਆਧੁਨਿਕ ਹੈ, ਸ਼ਕਤੀਸ਼ਾਲੀ ਹੈ। 600 ਕਿਲੋਮੀਟਰ ਤੱਕ 300 ਟਾਰਗੇਟ ਟਰੈਕ ਕਰਦਾ ਇਹ ਰਾਡਾਰ। ਤਾਂ ਜਿਉਂ ਹੀ ਪਾਕਿਸਤਾਨ ਦੇ ਵੱਲੋਂ ਦੇਰ ਰਾਤ ਹਮਲਾ ਕੀਤਾ ਗਿਆ ਉਸੇ ਵੇਲੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਤੇ ਇਹ S-400 ਇਸ ਨੂੰ ਸੁਦਰਸ਼ਨ ਚੱਕਰ ਵੀ ਭਾਰਤ ਦਾ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਨੀ ਸਮਰੱਥਾ ਦੇ ਨਾਲ ਜਵਾਬ ਦਿੰਦਾ ਹੈ। ਰਡਾਰ ਸਿਸਟਮ ਹੈ, 40 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ 400 ਕਿਲੋਮੀਟਰ ਤੱਕ ਦੀ ਰੇਂਜ ਹੈ ਤੇ 40,000 ਫੁੱਟ ਦੀ ਉਚਾਈ ਤੱਕ ਟਾਰਗੇਟ ਨੂੰ ਤੁਰੰਤ ਖਤਮ ਕਰਨ ਦੀ ਇਸ ਦੀ ਸਮਰੱਥਾ ਹੈ। ਇਸ ਦਾ ਰਡਾਰ ਸਿਸਟਮ ਬੇहद ਆਧੁਨਿਕ ਹੈ, ਸ਼ਕਤੀਸ਼ਾਲੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਕਿਵੇਂ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਪਾਕਿਸਤਾਨ ਦੇ ਵੱਲੋਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਭਾਰਤ ਦੇ ਵੱਲੋਂ। ਪਹਿਲੀ ਵਾਰ S-400 ਦੇ ਨਾਲ ਪਲਟਵਾਰ ਕੀਤਾ ਗਿਆ ਤੇ ਭਾਰਤ ਦੇ ਵੱਲੋਂ ਜੋ ਪਾਕਿਸਤਾਨ ਦਾ ਡਿਫੈਂਸ ਸਿਸਟਮ ਸੀ ਉਸ ਨੂੰ ਤਬਾਹ ਕਰ ਦਿੱਤਾ ਗਿਆ। ਇਹੀ ਨਹੀਂ ਲੁਧਿਆਣਾ ਚੰਡੀਗੜ੍ਹ ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪਾਕਿਸਤਾਨ ਦੇ ਵੱਲੋਂ। 7 ਫੌਜੀ ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਪੰਜਾਬ ਭਰ ਦੇ ਵਿੱਚ ਜਿਹੜਾ ਸਰਹੱਦੀ ਇਲਾਕਾ ਹੈ, ਕਈ ਪਿੰਡ ਨੇ, ਉੱਥੇ ਇਹਨਾਂ ਮਿਜ਼ਾਈਲਾਂ ਦੇ ਟੁਕੜੇ ਬਿਖਰੇ ਹੋਏ ਮਿਲ ਰਹੇ ਨੇ। ਉੱਥੇ ਫੌਜ ਦੇ ਜਵਾਨ ਜਾ ਰਹੇ ਨੇ ਤੇ ਦੁਸ਼ਮਣ ਦਾ ਕਾਲ ਬਣ ਕੇ ਆਇਆ ਇਹ ਭਾਰਤ ਦਾ ਇਹ ਸੁਦਰਸ਼ਨ ਚੱਕਰ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਸ ਸੁਦਰਸ਼ਨ ਚੱਕਰ ਦੀ ਤਾਕਤ ਤੇ ਪਾਕਿਸਤਾਨ ਦੇ ਵੱਲੋਂ ਜੋ ਇਹ ਮਿਜ਼ਾਈਲ ਹਮਲਾ ਕੀਤਾ ਗਿਆ ਉਸ ਦਾ ਮੂੰਹ ਤੋੜਵਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਗਿਆ ਹੈ। ਤਾਂ ਆਪਰੇਸ਼ਨ ਸਿੰਧੂਰ ਹਾਲੇ ਜਾਰੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੇ ਵੱਲੋਂ ਕੀਤੇ ਮਿਜ਼ਾਈਲ ਹਮਲੇ ਨੂੰ ਭਾਵੇਂ ਭਾਰਤ ਨੇ ਨਾਕਾਮ ਕਰ ਦਿੱਤਾ ਪਰ ਪਾਕਿਸਤਾਨ ਦੀਆਂ ਮਿਜ਼ਾਈਲਾਂ ਦੇ ਟੁਕੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ 'ਚੋਂ ਮਿਲੇ ਨੇ। ਪਾਕਿਸਤਾਨੀ ਮਿਜ਼ਾਈਲ ਦਾ ਇੱਕ ਟੁਕੜਾ ਅੰਮ੍ਰਿਤਸਰ ਦੇ ਪਿੰਡ ਪੰਧੇਰ 'ਚੋਂ ਵੀ ਮਿਲਿਆ। ਸਾਡੇ ਸਹਿਯੋਗੀ ਪੰਕਜ ਕਪਾਹੀ ਦੀ ਇਹ ਰਿਪੋਰਟ ਦੇਖੋ। ਬਹੁਤ ਵੱਡੀ ਕੋਸ਼ਿਸ਼ ਕੀਤੀ ਸੀਗੀ ਔਰ ਪਾਕਿਸਤਾਨ ਦੀ ਇਹ ਕੋਸ਼ਿਸ਼ ਸੀਗੀ ਕਿ ਭਾਰਤ ਦੇ ਜਿਹੜੇ ਫੌਜੀ ਠਿਕਾਣੇ ਨੇ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਗਿਆ, ਲੇਕਿਨ ਕਿਤੇ ਨਾ ਕਿਤੇ ਭਾਰਤ ਦੇ ਕੋਲ ਪਹਿਲਾਂ ਤੋਂ ਹੀ ਇਨਪੁਟ ਸੀਗੀ ਔਰ ਇਸੇ ਵਜ੍ਹਾ ਕਰਕੇ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਾਗੀਆਂ ਗਈਆਂ। ਜੰਮੂ ਸੀਗਾ, ਪੰਜਾਬ ਦੇ ਕਈ ਸਾਰੇ ਇਲਾਕੇ ਸੀਗੇ ਔਰ ਇਸ ਦੇ ਨਾਲ ਚੰਡੀਗੜ੍ਹ ਸੀਗਾ। ਤਾਂ ਕਿਉਂਕਿ ਸਵੇਰ ਤੋਂ ਇਹ ਖਬਰਾਂ ਸੀਗੀਆਂ ਕਿ ਜਿਹੜੇ ਰੋਕਟ ਦੇ ਸ਼ੈਲ ਮਿਲ ਰਹੇ ਨੇ ਜਾਂ ਕਈ ਸਾਰੇ ਅਜਿਹੇ ਮਿਜ਼ਾਈਲਾਂ ਮਿਲ ਰਹੀਆਂ ਨੇ ਉਹ ਕਿੱਥੋਂ ਕਿਵੇਂ ਆਈਆਂ, ਕੀ ਇਸ ਦੇ ਕਾਰਨ ਨੇ, ਕੀ ਵਜ੍ਹਾ ਸੀਗੀ। ਹੁਣੇ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਡਿਫੈਂਸ ਸਿਸਟਮ ਨੇ ਹਵਾ ਦੇ ਵਿੱਚ ਹੀ ਉਹ तमाम ਰੋਕਟ ਨੂੰ ਮਿਜ਼ਾਈਲਾਂ ਨੂੰ ਜਿਹੜਾ ਪੂਰੀ ਤਰੀਕੇ ਦੇ ਨਾਲ ਫੇਲ ਕਰ ਦਿੱਤਾ, ਉਹਨਾਂ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ। ਔਰ ਇਸ ਵੇਲੇ ਮੈਂ ਅੰਮ੍ਰਿਤਸਰ ਦਾ ਮਜੀਠਾ ਹਲਕਾ ਹੈ ਔਰ ਮਜੀਠਾ ਹਲਕਾ ਦੇ ਵਿੱਚ ਪੰਧੇਰ ਕਲਾ ਪਿੰਡ ਹੈ। ਇੱਥੇ ਮੇਰੇ ਨਾਲ ਪਿੰਡ ਵਾਸੀ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਕੁਝ ਸ਼ੈਲ ਮਿਲੇ, ਕਈ ਫੁੱਟ ਲੰਬਾ ਇੱਕ ਰੋਕਟ ਵਰਗੀ ਜਿਹੜੀ ਚੀਜ਼ ਵੀ ਮਿਲੀ ਸੀਗੀ ਸਵੇਰੇ ਔਰ ਉਹ ਤਸਵੀਰਾਂ ਦੇ ਜ਼ਰੀਏ ਵੀ ਦਿਖਾਣਗੇ। ਔਰ ਜਿਸ ਖੇਤਾਂ ਦੇ ਵਿੱਚ ਡਿੱਗੀ ਉਸ ਦੇ ਮਾਲਕ ਵੀ ਮੇਰੇ ਨਾਲ ਨੇ ਔਰ ਇੱਕ ਹੋਰ ਇਹਨਾਂ ਨੇ ਜਿਹੜਾ ਮਿਸਾਈਲ ਦਾ ਇੱਕ ਇਹ ਕਹੀਏ ਕਿ ਸ਼ੈਲ ਹੈ ਉਹ ਇਸ ਵੇਲੇ ਮਿਲਿਆ, ਕਿਉਂਕਿ ਬਾਕੀ ਤਾਂ ਪੁਲਿਸ ਨੂੰ ਦੇ ਦਿੱਤੇ ਨੇ, ਪੁਲਿਸ ਦੇ ਹਵਾਲੇ ਕਰ ਦਿੱਤੇ ਨੇ, ਲੇਕਿਨ ਕਿਉਂਕਿ ਕਈ ਥਾਵਾਂ ਦੇ ਉੱਤੇ ਡਿੱਗੇ ਨੇ, ਕਈ ਥਾਵਾਂ ਤੇ ਪਤਾ ਨਹੀਂ ਲੱਗਾ। ਰਾਤ 1:30 ਵਜੇ ਦੇ ਕਰੀਬ ਦੀ ਇਹ ਜਾਣਕਾਰੀ ਦੇ ਰਹੇ ਨੇ ਕਿ 1:30 ਵਜੇ ਦੇ ਕਰੀਬ ਆਵਾਜ਼ਾਂ ਆਈਆਂ ਔਰ ਇੱਥੇ ਅੱਗ ਵਰਗੀ ਸਥਿਤੀ ਜਿਹੜੀ ਉਹ ਬਣੀ। ਔਰ ਇਹ ਦੇਖੋ ਕਿ ਇਹ ਰਾਤ 1:30 ਵਜੇ ਤੁਹਾਨੂੰ ਜਿਹੜੇ ਸ਼ੈਲ ਡਿੱਗੇ ਵੱਖ-ਵੱਖ ਥਾਵਾਂ ਤੇ ਔਰ ਇੱਕ ਉਹਨਾਂ ਦੇ ਵਿੱਚੋਂ ਇਹ ਹੈ, ਇਹ ਅਜੇ ਪੁਲਿਸ ਨੂੰ ਦੇਣਾ ਹੈ। ਔਰ ਜਿਨ੍ਹਾਂ ਦੇ ਇਹ ਖੇਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਰਾਤ 1:30 ਵਜੇ ਤੁਸੀਂ ਧਮਾਕਾ ਸੁਣਿਆ, ਤੁਸੀਂ ਪੁਲਿਸ ਦੇ ਹਵਾਲੇ ਕੁਝ ਅਜਿਹੇ ਰੋਕਟ ਲਾਂਚਰ ਵੀ ਦਿੱਤੇ। ਕਿਸ ਤਰੀਕੇ ਦੇ ਨਾਲ ਕੀ ਕੁਝ ਹੋਇਆ ਰਾਤ ਨੂੰ ਹੋਇਆ ਇਹ ਆ ਵੀ ਅਸੀਂ ਉੱਠੇ ਆ ਤੇ ਪਟਾਕੇ ਜੇ ਜਹਾਜ਼ ਨੇ ਮਾਰੇ, ਜੋ ਬੰਬ ਚੱਲੇ ਆ ਤੇ ਮੁੜ ਕੇ ਬਾਹਰ ਸਾਡੇ ਸਾਰੇ ਆਪਣੇ ਪੁੱਤ ਸਾਡਾ ਵੀ ਨੌ ਸਾਡੀ ਵੀ ਬਾਹਰ ਨਿਕਲੇ, ਪੋਤਰਾ ਵੀ ਬਾਹਰ ਨਿਕਲਿਆ।
ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਅੱਗ ਬਣ ਰਹੀ ਆ, ਪਤਾ ਨਹੀਂ ਕੀ ਹਿਸਾਬ ਬਣ ਰਿਹਾ, ਪਤਾ ਨਹੀਂ ਕੋਈ ਬੀੜੀ ਪੀਣ ਡਿਆ ਕੀ ਕਰਨ ਡਿਆ ਵਾ। ਤੇ ਮੈਂ ਕਿਹਾ ਜੇ ਅਸੀਂ ਰਾਤ ਬਰਾਤੇ ਗਏ ਤੇ ਕੋਈ ਸਾਇੰਸ ਜਾਂਦਿਆਂ ਨੂੰ ਕੋਈ ਬੰਦਾ ਹੀ ਉੱਪਰੇ ਬੈਠੇ ਹੋਣ ਕਿ ਛੱਟਾਂ ਲਾ ਦੇਣ। ਅਸੀਂ ਆਖਿਆ ਹੁਣ ਨਹੀਂ ਹਾਂ ਜਾਣਾ। ਕਿੰਨੀ ਕੁ ਉੱਚੀ ਆਵਾਜ਼ ਸੀਗੀ ਜਦੋਂ ਰਾਤ 1:30 ਵਜੇ ਤੁਸੀਂ ਦੱਸ ਰਹੇ ਹੋ ਤਾਂ ਪਤਾ ਲੱਗਾ ਕਿ ਇਹ ਹੋਇਆ? ਉਹ ਤਾਂ ਰਾਤ ਦਾ ਤੇ ਹੁਣ ਰਾਤ ਚੋਰੀ ਤੇ ਮੁੜ ਕੇ ਫਿਰ ਬਾਅਦ ਚ ਪਤਾ ਲੱਗਾ ਵੀ ਇਹ ਮੁੜ ਕੇ ਸਵੇਰੇ ਉੱਠਿਆ, ਡੰਗਰ ਲੱਗਾ ਚੋਣ ਆਪਣਾ ਕਾਕਾ। ਇਹ ਸਵੇਰੇ ਉੱਠ ਕੇ ਤੇ ਬਾਹਰ ਨੂੰ ਆਇਆ ਨਾ, ਮੈਂ ਵੇਖ ਕੇ ਆਵਾਂ ਵੀ ਰਾਤੀ ਦੀਵਾ ਉੱਥੇ ਜਗਦਾ ਸੀ, ਕੀ ਹਿਸਾਬ ਆ। ਇਹ ਗਿਆ ਤੇ ਜਾਂਦੇ ਇਹੋ ਜਿਹੀ ਚੀਜ਼ ਉੱਥੇ ਪਈ ਆ। ਮੁੜ ਕੇ ਵੀ ਉੱਥੇ ਫੋਨ ਕਰਕੇ ਤੇ ਮੁਲਾਜ਼ਮ ਉਹਨਾਂ ਨੂੰ ਸਾਡਾ ਦੋਤਾ ਸਾਡਾ ਤੇ ਉਹ ਪਹੁੰਚਿਆ, ਉਹਨੂੰ ਆਹ ਫੋਨ ਕੀਤਾ ਵੀ ਇਤਨਾ ਸਾਡੇ ਲਾਗੇ ਬੰਬ 2-3 ਟੁੱਟੇ ਪਏ ਆ। ਉਹਦਾ ਕੀ ਕਰੀ ਜਾਂਦਾ ਵੀ ਮੈਂ ਹੁਣੇ ਫੋਨ ਕਰਨਾ ਵਾ ਤੇ ਤੁਹਾਡੇ ਕੋਲ ਫੌਜ ਆ ਜੂ ਤੇ ਪੁਲਿਸ ਆ ਜੂ, ਤੁਹਾਡੇ ਆਣ ਕੇ ਕਾਰਵਾਈ ਆਣ ਕੇ ਤੇ ਕਰਨਗੇ ਵੀ ਕਿਸ ਤਰ੍ਹਾਂ ਹੋਏ। ਸਵੇਰ ਤੋਂ ਹੀ ਵੱਖ-ਵੱਖ ਥਾਵਾਂ ਤੋਂ ਜਿਹੜੇ ਇਨਪੁਟ ਸਾਹਮਣੇ ਆ ਰਹੇ ਸੀਗੇ ਕਿ ਇਹ ਕਿੱਥੋਂ ਕਿਵੇਂ ਕਿੱਦਾਂ ਆਏ। ਹੁਣ ਜਿਹੜੀ ਜਾਣਕਾਰੀ ਆਫੀਸ਼ੀਅਲ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੀ ਬਹੁਤ ਵੱਡੀ ਪਲੈਨਿੰਗ ਸੀ। ਪਾਕਿਸਤਾਨ ਦਾ ਜਿਸ ਤਰੀਕੇ ਦੇ ਨਾਲ ਮਨਸੂਬੇ ਸੀਗੇ ਉਸ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਹਵਾ ਦੇ ਵਿੱਚ ਹੀ ਫੇਲ ਕਰ ਦਿੱਤਾ। ਤਾਂ ਪਾਕਿਸਤਾਨ ਦੇ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਹੈ ਤੇ ਉਧਰ ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ। ਰਾਵਲਪਿੰਡੀ ਸਟੇਡੀਅਮ ਤੇ ਹਮਲੇ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਹੈ ਤੇ ਰਾਵਲਪਿੰਡੀ ਹਮਲੇ ਤੋਂ ਬਾਅਦ ਹੁਣ PCL ਰੱਦ ਹੋ ਸਕਦੀ ਹੈ, PSL ਰੱਦ ਹੋ ਸਕਦੀ ਹੈ। ਦਰਅਸਲ ਪਾਕਿਸਤਾਨੀ ਸੁਪਰ ਲੀਗ ਜੋ ਚੱਲਦੀ ਹੈ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ। ਭਾਰਤ ਪਾਕਿਸਤਾਨ ਵਿਚਾਲੇ ਤਣਾਅ ਤੇ ਅੱਜ ਵੀ ਪਾਕਿਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਡਰੋਨ ਦੇ ਰਾਹੀਂ ਬਲਾਸਟ ਹੋਏ ਨੇ। ਲਾਹੌਰ ਦੇ ਵਿੱਚ 3 ਬਲਾਸਟ ਹੋਏ ਨੇ, ਕਰਾਚੀ ਦੇ ਵਿੱਚ ਬਲਾਸਟ ਹੋਏ ਨੇ, ਰਾਵਲਪਿੰਡੀ ਦੇ ਵਿੱਚ ਬਲਾਸਟ ਹੋਏ ਨੇ, ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ। ਰਾਵਲਪਿੰਡੀ ਸਟੇਡੀਅਮ ਤੇ ਹਮਲੇ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਹੈ। ਰਾਵਲਪਿੰਡੀ ਹਮਲੇ ਤੋਂ ਬਾਅਦ PSL ਰੱਦ ਹੋ ਸਕਦੀ ਹੈ, ਪਾਕਿਸਤਾਨ ਸੁਪਰ ਲੀਗ ਰੱਦ ਹੋ ਸਕਦੀ ਹੈ। ਤਾਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ, ਹੰਗਾਮੀ ਮੀਟਿੰਗ ਸੱਦੀ ਗਈ ਹੈ, ਐਮਰਜੈਂਸੀ ਮੀਟਿੰਗ ਬੁਲਾ ਲਈ ਗਈ ਹੈ ਜਿਸ ਦੇ ਵਿੱਚ ਹੁਣ ਕੋਈ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਧਮਾਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਧਮਾਕੇ ਤੋਂ ਬਾਅਦ ਹਾਲਾਤ ਕੀ ਸੀ ਪਾਕਿਸਤਾਨ ਦੇ ਵਿੱਚ, ਕਿਉਂਕਿ ਪਾਕਿਸਤਾਨ ਦੇ ਵਿੱਚ ਲਗਾਤਾਰ ਬਲਾਸਟ ਹੋ ਰਹੇ ਨੇ। ਚਾਹੇ ਉਹ ਲਾਹੌਰ ਦੀ ਗੱਲ ਕੀਤੀ ਜਾਵੇ, ਲਾਹੌਰ 에ਅਰਪੋਰਟ ਦੇ ਨੇੜੇ 3 ਬਲਾਸਟ ਹੁੰਦੇ ਨੇ, ਡਰੋਨ ਦੇ ਰਾਹੀਂ ਇਹ ਬਲਾਸਟ ਹੋਏ ਨੇ। ਉਸ ਤੋਂ ਬਾਅਦ ਕਰਾਚੀ ਦੇ ਵਿੱਚ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਰਾਵਲਪਿੰਡੀ ਦੇ ਵਿੱਚ ਬਲਾਸਟ ਹੋਇਆ। ਕਈ ਥਾਵਾਂ ਤੇ ਇਹ ਡਰੋਨ ਦੇ ਰਾਹੀਂ ਬਲਾਸਟ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਬਲਾਸਟ ਤੋਂ ਬਾਅਦ ਇਹ ਤਬਾਹੀ ਦੀਆਂ ਤਸਵੀਰਾਂ ਨੇ। ਤੇ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ। ਰਾਵਲਪਿੰਡੀ ਸਟੇਡੀਅਮ ਤੇ ਹਮਲੇ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਹੈ ਤੇ PSL ਜੋ ਪਾਕਿਸਤਾਨ ਸੁਪਰ ਲੀਗ ਹੈ ਉਹ ਰੱਦ ਹੋ ਸਕਦੀ ਹੈ। पंजाब पुलिस यहाँ पे खड़ी है, मैं अंदर जाने की मैंने कोशिश की है। इतने नालायक आदमी हैं, जाहिल आदमी हैं। पिंडी फूड स्ट्रीट के अंदर जो ड्रोन हमला हुआ है, अंदर जाने की कोशिश की है। कह रहे हैं जी आसमानी बिजली गिरी है। शर्म नहीं आती इन लोगों को झूठ बोलते हुए। यार ये हमारे इदारे के लोग हैं, मुझे कह रहे हैं जी आसमानी बिजली गिरी है। मैं अभी जा रहा था वहाँ पे, इन्होंने मुझे कहा कि जी आसमानी बिजली गिरी है। यहाँ पे लोगों के अंदर खौफ व हरास फैला हुआ है, लोग अपने बच्चों को लेने के लिए आ रहे हैं। ये फूड स्ट्रीट के हालात है रावलपिंडी के, जहाँ पर सुबह ड्रोन गिराया गया है और पंजाब पुलिस और फोर्सेस खड़ी हैं वहाँ पे। वो कह रही हैं जी आसमानी बिजली गिरी है। शर्म आनी चाहिए यार। ये जी पंजाब पुलिस यहाँ पे खड़ी है, मैं अंदर जाने की मैंने कोशिश की है। इतने नालायक आदमी हैं, जाहिल आदमी हैं। पिंडी फूड स्ट्रीट के अंदर जो ड्रोन हमला हुआ है, अंदर जाने की कोशिश की है। कह रहे हैं जी आसमानी बिजली गिरी है। शर्म नहीं आती इन लोगों को झूठ बोलते हुए। यार ये हमारे इदारे के लोग हैं, मुझे कह रहे हैं जी आसमानी बिजली गिरी है। मैं अभी जा रहा था वहाँ पे, इन्होंने मुझे कहा कि जी आसमानी बिजली गिरी है। यहाँ पे लोगों के अंदर खौफ व हरास फैला हुआ है, लोग अपने बच्चों को लेने के लिए आ रहे हैं। ये फूड स्ट्रीट के हालात है रावलपिंडी के, जहाँ पर सुबह ड्रोन गिराया गया है और पंजाब पुलिस और फोर्सेस खड़ी हैं वहाँ पे। वो कह रही हैं जी आसमानी बिजली गिरी है। शर्म आनी चाहिए यार। ਤਾਂ ਪਾਕਿਸਤਾਨ ਦੇ ਸਥਾਨਕ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਥੇ ਡਰੋਨ ਅਟੈਕ ਹੋਇਆ, ਜਦਕਿ ਜੋ ਲਹਿੰਦਾ ਪੰਜਾਬ ਹੈ, ਜੋ ਉੱਥੋਂ ਦੀ ਪੁਲਿਸ ਹੈ, ਉਹ ਇਹ ਕਹਿ ਰਹੀ ਹੈ ਕਿ ਇਹ ਆਸਮਾਨੀ ਬਿਜਲੀ ਡਿੱਗੀ ਹੈ। ਜਦਕਿ ਉੱਥੋਂ ਦੇ ਜਿਹੜੇ ਸ਼ਹਿਰੀ ਨੇ, ਉੱਥੋਂ ਦੇ ਸਥਾਨਕ ਵਾਸੀ ਨੇ, ਉਹ ਖੁਦ ਬਖੁਦ ਇਹ ਵੀਡੀਓ ਬਣਾ ਰਹੇ ਨੇ ਤੇ ਦੱਸ ਰਹੇ ਨੇ ਤੇ ਇਸ ਥਾਂ ਤੇ ਡਰੋਨ ਦੇ ਨਾਲ ਅਟੈਕ ਹੋਇਆ ਤੇ ਜੋ
पाकिस्तान दे पंजाब विचली जो लਹਿੰਦੇ पंजाब की पुलिस है इसनूं आसमानी बिजली दस रही है कि आसमानी बिजली डिग्गण नाल ये नुकसान होया जबकि यह ड्रोन दे नाल हमला किया गया। ਤਾਂ ਪਾਕਿਸਤਾਨ ਦੇ ਵਿੱਚ ਅੱਜ ਕਈ ਡਰੋਨ ਅਟੈਕ ਹੋਏ ਨੇ, ਲਾਹੌਰ ਦੇ ਵਿੱਚ, ਕਰਾਚੀ ਦੇ ਵਿੱਚ, ਰਾਵਲਪਿੰਡੀ ਦੇ ਵਿੱਚ ਤੇ ਤਸਵੀਰਾਂ ਰਾਵਲਪਿੰਡੀ ਦੀਆਂ ਨੇ। ਪਾਕਿਸਤਾਨ ਦਾ ਪੰਜਾਬ ਸੂਬਾ ਤੇ ਰਾਵਲਪਿੰਡੀ ਦੀਆਂ ਇਹ ਤਸਵੀਰਾਂ। है मिसाइल पे आई ना। ਅੱਗੇ ਵਧਦੇ ਹਾਂ ਤੇ ਉਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ। 11 ਮਈ ਤੱਕ ਸਾਰੇ ਸਕੂਲ ਕਾਲਜ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਮੌਕ ਡਰਿਲ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਦੱਸਦੇ ਕਿ ਇਸ ਤੋਂ ਪਹਿਲਾਂ ਵੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ ਜਿਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਤੇ ਹੁਣ 8 ਮਈ ਤੋਂ ਲੈ ਕੇ 11 ਮਈ ਤੱਕ ਇਹ ਸਾਰੇ ਸਕੂਲ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ एहतियात ਦੇ ਤੌਰ ਤੇ। ਦਰਅਸਲ ਦੇਰ ਰਾਤ ਵੀ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਬਲੈਕਆਊਟ ਕੀਤਾ ਗਿਆ, ਉਸ ਤੋਂ ਬਾਅਦ ਦੁਬਾਰਾ ਤੋਂ ਬਲੈਕਆਊਟ ਕੀਤਾ ਗਿਆ ਸੀ ਤੇ ਜਿਵੇਂ ਪਾਕਿਸਤਾਨ ਦੇ ਵੱਲੋਂ ਕੁਝ ਹਮਲੇ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲੇ ਲਏ ਜਾ ਰਹੇ ਨੇ ਤੇ ਸਰਹੱਦੀ ਖੇਤਰਾਂ ਦੇ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲ ਕਾਲਜ ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹੋਣ ਮਾਨਤਾ ਪ੍ਰਾਪਤ ਹੋਣ ਸਾਰੀਆਂ ਵਿਦਿਅਕ ਸੰਸਥਾਵਾਂ ਲਈ ਕਾਲਾ ਬਾਜ਼ਾਰੀ ਨੂੰ ਲੈ ਕੇ ਵੀ ਅੰਮ੍ਰਿਤਸਰ ਦੇ ਡੀਸੀ ਦੀ ਸਖਤੀ ਨਜ਼ਰ ਆਈ ਹੈ। ਜ਼ਰੂਰੀ ਵਸਤਾਂ ਸਟਾਕ ਨਾ ਕੀਤੀਆਂ ਜਾਣ, ਜ਼ਰੂਰੀ ਵਸਤਾਂ ਸਟਾਕ ਕਰਕੇ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ। ਇਹ ਵੀ ਕਿਹਾ ਗਿਆ ਕਿ ਦੁੱਧ ਪੈਟਰੋਲ ਸਮੇਤ ਹੋਰ ਸਮਾਨ ਦੀ ਵੀ ਕਾਲਾ ਬਾਜ਼ਾਰੀ ਨਾ ਹੋਵੇ। ਕਾਲਾ ਬਾਜ਼ਾਰੀ ਦੀ ਸੂਚਨਾ ਦੇਣ ਲਈ ਨੰਬਰ ਵੀ ਜਾਰੀ ਕੀਤੇ ਗਏ ਨੇ। ਤਾਂ ਇਹ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਸਮਾਨ ਇਕੱਠਾ ਕਰਨ ਦੀ ਹੋੜ ਦੇ ਵਿੱਚ ਨੇ ਕਿ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ, ਪੈਟਰੋਲ ਡੀਜ਼ਲ ਭਰਾ ਕੇ ਰੱਖਿਆ ਜਾ ਰਿਹਾ ਹੈ ਜਾਂ ਹੋਰ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਸ ਨੂੰ ਸਟੋਰ ਕੀਤਾ ਜਾ ਰਿਹਾ ਜਿਸ ਦੇ ਨਾਲ ਇੱਕ ਤਾਂ ਇਹ ਹੈ ਕਿ ਜਦੋਂ ਡਿਮਾਂਡ ਵੱਧਦੀ ਹੈ ਫਿਰ ਮਹਿੰਗਾਈ ਵੱਧ ਸਕਦੀ ਹੈ। ਇਸ ਕਰਕੇ ਜਿਹੜੇ ਅੰਮ੍ਰਿਤਸਰ ਦੇ ਡੀਸੀ ਨੇ ਉਹਨਾਂ ਦੇ ਵੱਲੋਂ ਸਖਤੀ ਦਿਖਾਈ ਗਈ ਹੈ। ਉਹਨਾਂ ਨੇ ਕਿਹਾ ਕਿ ਜੇ ਕਿਸੇ ਨੇ ਕਾਲਾ ਬਾਜ਼ਾਰੀ ਕੀਤੀ, ਜੇ ਕਿਸੇ ਨੇ ਅਜਿਹਾ ਕੀਤਾ, ਸਮਾਨ ਸਟੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਕਾਰਵਾਈ ਹੋਵੇਗੀ। ਜ਼ਰੂਰੀ ਵਸਤਾਂ ਸਟਾਕ ਕਰਕੇ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ। ਦੁੱਧ ਪੈਟਰੋਲ ਸਮੇਤ ਹੋਰ ਸਮਾਨ ਦੀ ਵੀ ਕਾਲਾ ਬਾਜ਼ਾਰੀ ਨਾ ਹੋਵੇ ਤੇ ਜੇਕਰ ਕੋਈ ਕਾਲਾ ਬਾਜ਼ਾਰੀ ਕਰਦਾ ਹੈ ਤਾਂ ਉਸ ਦੀ ਸੂਚਨਾ ਦੇਣ ਦੇ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਤੇ ਉਧਰ ਪਾਕਿਸਤਾਨ ਤੋਂ ਬਾਅਦ ਜੋ ਭਾਰਤ ਦੇ ਵੱਲੋਂ ਐਕਸ਼ਨ ਕੀਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੇ ਹੰਝੂ ਨਜ਼ਰ ਆ ਰਹੇ ਨੇ। ਸਾਬਕਾ ਮੇਜਰ ਤਾਹਿਰ ਇਕਬਾਲ ਰੋਂਦੇ ਨਜ਼ਰ ਆਏ ਨੇ। ਸੰਸਦ ਦੇ ਵਿੱਚ ਹੀ ਤਾਹਿਰ ਇਕਬਾਲ ਰੋ ਪਏ। ਉਹਨਾਂ ਕਿਹਾ ਕਿ ਦੁਆ ਕਰੋ ਅੱਲਾਹ ਹਿਫਾਜ਼ਤ ਕਰੇ। ਤਾਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਦੱਸਦੀ ਹੈ ਕਿ ਭਾਰਤ ਦੇ ਵੱਲੋਂ ਜੋ 에ਅਰ ਸਟ੍ਰਾਈਕ ਕੀਤੀ ਗਈ ਹੈ, ਜੋ ਆਪਰੇਸ਼ਨ ਸਿੰਧੂਰ ਕੀਤਾ ਗਿਆ ਉਸ ਤੋਂ ਬਾਅਦ ਹੰਝੂ ਸੁੱਟਦੇ ਦਿਖਾਈ ਦਿੱਤੇ ਨੇ ਪਾਕਿਸਤਾਨ ਦੇ ਸਾਬਕਾ ਮੇਜਰ ਤਾਹਿਰ ਇਕਬਾਲ ਤੇ ਸੰਸਦ ਦੇ ਵਿੱਚ ਹੀ ਤਾਹਿਰ ਇਕਬਾਲ ਰੋ ਪਏ। ਉਹਨਾਂ ਕਿਹਾ ਕਿ ਦੁਆ ਕਰੋ ਅੱਲਾਹ ਹਿਫਾਜ਼ਤ ਕਰੇ। ਤਾਂ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਧੂਰ ਦੇ ਰਾਹੀਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸਾਬਕਾ ਮੇਜਰ ਨੇ ਤਾਹਿਰ ਇਕਬਾਲ ਜੋ ਸੰਸਦ ਦੇ ਵਿੱਚ ਹੀ ਰੋਂਦੇ ਹੋਏ ਦਿਖਾਈ ਦੇ ਰਹੇ ਨੇ। ਉਹਨਾਂ ਕਿਹਾ ਕਿ ਦੁਆ ਕਰੋ ਅੱਲਾਹ ਹਿਫਾਜ਼ਤ ਕਰੇ। ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। आप चले गए रब काबा, हम तेरे आगे दरख्वास्त करते हैं इस मुल्क की हिफाजत फरमाना जो तूने हमें अता किया है और ये नबी सल्लल्लाहु अलैहि वसल्लम की दुआओं का है। आपने कायदे आजम को इंग्लैंड में मुलाकात की, ख्वाब में आए और उनको कहा कि जाओ वापस और जाके पाकिस्तान का मामला हल करो। आप खान कलात को ख्वाब में आके ये हुक्म दिया कि तुमने पाकिस्तान की सरना ये मुल्क बन के रहेगा और तुमने तो ये ऐसा बड़ा मौजज़ा है कि अल्लाह पाक ने ये हमें अता किया है और अल्लाह पाक इस मुल्क की हिफाजत फरमाएंगे। दुनिया में जहां भी देखें शायद हमारी कमी है, हम मजबूर हैं, हम गुनाहगार हैं, लेकिन रब्बे काबा हम तेरे हबीब की उम्मती है। खुदा का वास्ता हमसे रहम का भला फरमा। आप चले जाएं उधर फिलिस्तीन में चले जाएं, कश्मीर में चले जाएं, जहां भी जाएंगे मुसलमानों के साथ वो ऐसे रो रहा है जो हम सोच भी नहीं सकते हैं। तो तू हमें माफ कर दे, हम तेरे आगे सर झुकाते हैं, माफी मांगते हैं। नहीं, इसमें दो राय नहीं है मौला कि हम बड़े गुनाहगार हैं, लेकिन तेरी रहमत बहुत वसी है।
ਤੇ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਪਾਕ ਬੰਦਰਗਾਹਾਂ ਤੇ ਭਾਰਤੀ ਹਮਲੇ ਦਾ ਖੌਫ ਸਤਾ ਰਿਹਾ ਹੈ। ਪਾਕਿਸਤਾਨ ਨੇ ਬੰਦਰਗਾਹਾਂ ਦੇ ਉੱਤੇ ਅਲਰਟ ਜਾਰੀ ਕਰ ਦਿੱਤਾ ਹੈ। ਸਾਰੀਆਂ ਕਿਸ਼ਤੀਆਂ ਤੇ ਆਉਣ ਜਾਣ ਤੇ ਰੋਕ ਲਾ ਦਿੱਤੀ ਹੈ। ਮੱਛੀਆਂ ਫੜਨ ਵਾਲੀਆਂ ਪਾਕ ਕਿਸ਼ਤੀਆਂ ਦੇ ਪਰਮਿਟ ਤੱਕ ਰੱਦ ਕਰ ਦਿੱਤੇ ਗਏ ਨੇ। ਤਾਂ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਕਿਤੇ ਹੋਰ ਅਟੈਕ ਨਾ ਕਰ ਦੇਵੇ, ਬੰਦਰਗਾਹਾਂ ਨੂੰ ਨਿਸ਼ਾਨਾ ਨਾ ਬਣਾ ਦੇਵੇ। ਇਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਬੰਦਰਗਾਹਾਂ ਦੇ ਉੱਤੇ ਅਲਰਟ ਜਾਰੀ ਕੀਤਾ ਗਿਆ ਹੈ। ਜਿੰਨੀਆਂ ਵੀ ਕਿਸ਼ਤੀਆਂ ਨੇ ਉਹਨਾਂ ਦੇ ਆਉਣ ਜਾਣ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਈਵਨ ਕਿ ਜੋ ਮੱਛੀਆਂ ਫੜਨ ਵਾਲੀਆਂ ਪਾਕਿਸਤਾਨ ਦੀਆਂ ਕਿਸ਼ਤੀਆਂ ਨੇ ਉਹਨਾਂ ਦੇ ਪਰਮਿਟ ਵੀ ਰੱਦ ਕਰ ਦਿੱਤੇ ਗਏ ਨੇ। ਤਾਂ ਪਾਕਿਸਤਾਨ ਦੇ ਵੱਲੋਂ ਬੰਦਰਗਾਹਾਂ ਤੇ ਅਲਰਟ ਜਾਰੀ ਕੀਤਾ ਗਿਆ। वैसे ऑर्डिनरी कॉन्क्लेव में तो हम लोग जाते रहते हैं, तो क्वालिटी कॉन्क्लेव में आने में क्या आपत्ति हो सकती है। साथियों, सबसे पहले तो मैं हमारी आर्म फोर्सेज ने कल जो कार्रवाई की है और जय हिंद जो शौर्य और पराक्रम दिखाया है उसके लिए मैं हृदय से बधाई देता हूं। पाकिस्तान और पीओके में जिस तरह से हमारी आर्म फोर्सेस ने टेरर कैंप्स को नेस्त नाबूद किया है वो हम सबके लिए एक गौरव का विषय है। साथियों, आप सभी नेशनल क्वालिटी कॉन्क्लेव का आयोजन ये आपका चल रहा है। क्वालिटी की क्या भूमिका होती है, यह क्या रोल अदा करती है, इसका नमूना हमने कल देखा। जिस प्रिसीजन के साथ यानी जिस सटीकता के साथ ऑपरेशन सिंदूर एग्जीक्यूट किया गया वह अनइमेजिनेबल है, बहुत ही सराहनीय है। इसमें 9 टेररिस्ट कैंप्स तबाह हुए और अच्छी खासी संख्या में आतंकी मारे गए। जिस तरह से इस ऑपरेशन को किसी भी इनोसेंट को नुकसान पहुंचाए बिना मिनिमम कोलेटरल डैमेज के साथ अंजाम दिया गया, वह इसलिए संभव हो पाया क्योंकि हमारे फॉर्मिडेबल एंड प्रोफेशनली ट्रेन्ड आर्म फोर्सेस के पास इक्विपमेंट भी हाई क्वालिटी के थे। ऐसे में इस क्वालिटी कॉन्क्लेव को मैं बड़े महत्वपूर्ण कॉन्क्लेव के रूप में देखता हूं। मैं इस आयोजन के लिए डिपार्टमेंट ऑफ डिफेंस प्रोडक्शन और इनके सेक्रेटरी डिफेंस प्रोडक्शन श्री संजीव कुमार को भी हार्दिक बधाई देता हूं और क्वालिटी एश्योरेंस ऑर्गेनाइजेशंस को भी मैं बधाई देता हूं। साथियों, अभी मैं इस कॉन्क्लेव की थीम देख रहा था, फास्ट ट्रैकिंग ऑफ क्वालिटी एश्योरेंस थ्रू इंटीग्रेटेड अप्रोच एंड टेक्नोलॉजी एनेबल्ड प्रोसेसेस। आपकी यह थीम मुझे बेहद अच्छी ही नहीं लगी बल्कि दिलचस्प भी लगी, इंटरेस्टिंग लगी। वैसी भी पूरी दुनिया में इसमें बड़ी तेजी से डिसरप्टिव चेंजेस हो रहे हैं और खासकर डिफेंस सेक्टर में तो लगातार नए नए ट्रांसफॉर्मेशंस ये देखने को मिल रहे हैं। ऐसे में क्वालिटी असेसमेंट को फास्ट ट्रैक करना न सिर्फ रेलेवेंट है बल्कि मैं समझता हूं यह समय की मांग है। उन चेंजेस को देखते हुए यह थीम अपने आप में बहुत ही रेलेवेंट हो जाती है। इतनी इंटरेस्टिंग और रेलेवेंट थीम रखने के लिए भी मैं आप सबको बधाई देता हूं। साथियों, अक्सर मुझे आर्म फोर्सेस के अलग अलग कार्यक्रमों में प्रायः जाने का अवसर मिलता है। रिसर्च एंड डेवलपमेंट ऑर्गेनाइजेशंस के इवेंट्स में जाने का भी अवसर मिलता रहता है। प्राइवेट सेक्टर द्वारा आयोजित कार्यक्रमों में भी मैं प्रायः जाता ही रहता हूं, परंतु आज का यह जो मंच है यह अपने आप में बड़ा अलग है और एक विशिष्ट मंच है। मैं ये देख रहा हूं कि यहां कई सारे लोग हैं जो अलग अलग फील्ड्स में महारत जिन्होंने हासिल की है, महारथी बैठे हैं।
इसलिए मुझे लगता है कि आज की हमारी बातचीत भी कई मायनों में विशेष होने वाली है। साथियों, इस क्वालिटी कॉन्क्लेव की महत्ता और आवश्यकता पर तो मैं आगे चर्चा करूंगा ही, परंतु पहले मैं आपको कुछ ऐसे बिंदुओं से, कुछ ऐसे पॉइंट से अवगत कराना चाहूंगा जो हमारी सरकार की प्रायोरिटीज से जुड़े हुए हैं। 2014 में माननीय प्रधानमंत्री जी के नेतृत्व में हमारी सरकार आने के बाद प्रधानमंत्री जी ने हमें एक अत्यंत महत्वपूर्ण सूत्र प्रदान किया। उन्होंने शुरुआत में ही डिफेंस प्रोडक्शन सेक्टर के एम्पावरमेंट पर विशेष बल दिया। उन्होंने जो सूत्र दिया उसके पीछे की फिलॉसफी थी डिफेंस सॉवरेंटी। डिफेंस सॉवरेंटी का मतलब कि जब तक कोई देश अपनी डिफेंस नीड्स में कैपेबल तथा सेल्फ रिलायंट नहीं होता, तब तक उसकी आजादी पूरी तरह से नहीं मानी जा सकती। जब तक हम अपनी सुरक्षा के लिए इंपोर्ट पर डिपेंडेंट रहेंगे, तब तक कहीं न कहीं हमारी आत्मशक्ति में अधूरापन रहेगा ही। अगर हम अपने हथियार और रक्षा उपकरण विदेशों से खरीदते हैं, तो इसका मतलब है कि हम अपनी सुरक्षा को आउटसोर्स कर रहे हैं और उसे किसी और के भरोसे छोड़ रहे हैं। यह बात लॉन्ग रन में सही नहीं हो सकती। हमारी सरकार ने इस विषय पर गंभीरता से सोचा और आत्मनिर्भरता हासिल करने का निर्णायक कदम भी उठाया है। आप सब तो जानते ही हैं कि देश में पहले से ही ऑर्डिनेंस फैक्ट्रीज का एक इंडिजिनस सिस्टम रहा है और इन फैक्ट्रीज ने एक समय पर बेहतरीन काम किया और देश की सुरक्षा जरूरतों को पूरा करने में बहुत ही अहम भूमिका निभाई हुई है। इनके अलावा हमारे पास डिफेंस पीएसयूज का भी एक मजबूत इकोसिस्टम पहले से ही है। हमारी सरकार ने डिफेंस प्रोडक्शन में क्वालिटी और क्वांटिटी दोनों पर समान रूप से बल दिया है। इसी दिशा में कई क्रांतिकारी कदम उठाए गए, जिनमें से कुछ महत्वपूर्ण कदमों का उल्लेख मैं यहां करना चाहूंगा। ऑर्डिनेंस फैक्ट्रीज का कॉर्पोरेटाइजेशन उनमें से एक अत्यंत महत्वपूर्ण कदम रहा है, जिसे हमने इंश्योर किया ताकि कम समय में ही डिफेंस प्रोडक्शन में व्यापक सुधार हो सके। यहां मैं जरूर बताना चाहूंगा कि ऑर्डिनेंस फैक्ट्रीज का कॉर्पोरेटाइजेशन हमारे लिए कोई बहुत सरल प्रक्रिया नहीं थी। इसमें अनेक जटिल प्रश्न थे और चैलेंजेज भी थे, परंतु हमने इसे इसलिए लागू किया क्योंकि यह एक अर्जेंट रिफॉर्म था। अब प्रश्न उठता है कि यह अर्जेंट क्यों था? इसका एक बड़ा कारण था क्वालिटी। आप सभी स्पेशलिस्ट के समक्ष मैं यह कह सकता हूं कि सरकार ने क्वालिटी को अपना प्रायोरिटी रिफॉर्म एजेंडा बनाया है। हमने क्वालिटी इंप्रूवमेंट को ही टारगेट करते हुए ऑर्डिनेंस फैक्ट्रीज का कॉर्पोरेटाइजेशन किया। तब से लेकर आज तक डिफेंस पीएसयूज ने लगातार सुधार किया है और कॉर्पोरेटाइजेशन के पश्चात क्वालिटी प्रोडक्शन को लगातार आगे बढ़ाने का प्रयास भी किया गया है और आज ये डीपीएसयू इंटरनेशनली कॉम्पिटिटिव हो रहे हैं। आज ये अपने रिसर्च एंड डेवलपमेंट पर भी अच्छा फोकस कर रहे हैं। आज ये ऑर्गेनाइजेशन पहले से कहीं ज्यादा वाइब्रेंट और एक्सपोर्ट ओरिएंटेड हो रहे हैं। वैसे तो अभी कुछ कार्य बाकी है, पर मैं इतना जरूर आश्वस्त हूं कि जिस प्रकार पब्लिक सेक्टर में रिफॉर्म के लिए हम प्रयासरत हैं, वह हमें आने वाले समय में काफी अच्छे रिजल्ट्स देने वाला है। साथियों, पब्लिक सेक्टर के डेवलपमेंट के पीछे हमारा एक ही उद्देश्य भी रहा है कि एक हेल्दी कॉम्पिटिटिव प्राइवेट डिफेंस इकोसिस्टम का विकास किया जाए, जो अपनी क्वालिटी के माध्यम से देश की सुरक्षा को और अधिक मजबूत बनाए। जैसा कि हम सभी जानते हैं कि क्वालिटी को लेकर प्राइवेट सेक्टर की अपनी एक अच्छी खासी इमेज होती है। किसी भी क्षेत्र में प्राइवेट सेक्टर अपनी गुणवत्ता के लिए जाना जाता है। आज चाहे बड़े प्लेटफॉर्म्स हों या सिस्टम्स, एमएसएमईज हों या स्टार्टअप्स, हमने ऐसा प्राइवेट इंडस्ट्रियल बेस तैयार किया है जो देश के डिफेंस सेक्टर के विकास में सक्रिय भागीदार बन रहा है और उसे सशक्त कर रहा है। आज रिलीज होने वाले इंडस्ट्री 4 को भी मैं इसी संदर्भ में देख रहा हूं। यह निश्चित रूप से हमें स्मार्ट मैन्युफैक्चरिंग के एक ऐसे एरा में ले जाएगा
जहां से हमारे लिए कई नए डायमेंशंस खुलेंगे। इसी तरह जो दूसरे मैनुअल्स आज रिलीज हुए हैं, जो एमओयू साइन हुए हैं, उनको भी मैं इसी कंटेक्स्ट में देखता हूं। ये सभी प्रयास केवल सरकार के प्रयास नहीं हैं, बल्कि आप सभी का मिला जुला प्रयास इसमें शामिल है, इसीलिए यह संभव हो पा रहा है। साथियों, जैसा कि आप सभी जानते हैं, आज की दुनिया में सिर्फ प्रोडक्ट नहीं, बल्कि एक मजबूत ब्रांड वैल्यू भी जरूरी है। जब मार्केट में असिमेट्रिक इंफॉर्मेशन फैली होती है, तब कंज्यूमर भ्रमित हो जाता है, कंफ्यूज हो जाता है। ऐसे में वही ब्रांड सफल होता है जो कंसिस्टेंट क्वालिटी और रिलायबिलिटी का भरोसा देता है। और यही कारण है कि हमें इंडियन डिफेंस इंडस्ट्री को एक स्ट्रांग और ट्रस्टेड ब्रांड बनाना ही होगा। इस संदर्भ में आज मैं आपसे एक महत्वपूर्ण अपील करने के लिए आप सबके बीच खड़ा हुआ हूं। यह अपील है एक मजबूत वर्ल्ड लीडिंग और स्टेट ऑफ द आर्ट ब्रांड इंडिया का निर्माण। ताकि दुनिया की डिफेंस मार्केट में प्रोडक्ट्स को लेकर जब कंट्रीज के मन में डाउट हो तो वह ब्रांड इंडिया को चूज करे। Whenever in doubt, go for India। यह हमारी यूएसपी होनी चाहिए, यही हमारी यूएसपी होनी चाहिए। ब्रांड इंडिया का मतलब है कि अगर किसी इंडियन कंपनी ने कुछ प्रॉमिस किया है तो वो होगा ही होगा, होकर ही रहेगा। किसी प्रोडक्ट की भला फला रेंज तक मारक क्षमता है तो होगा ही होगा, यह भरोसा होना चाहिए। उससे नीचे का तो कोई सवाल ही खड़ा ही नहीं होता। किसी प्रोडक्ट की फला टेम्परेचर तक में काम करने की कैपेसिटी है तो होगी ही होगी, उससे नीचे का तो कोई प्रश्न ही नहीं खड़ा होता। यह होना चाहिए हमारा क्वालिटी एस्योरेंस और ब्रांड इंडिया का भरोसा। और जब हम ऐसा कर पाने में सफल होंगे, तभी इंटरनेशनल बायर्स हमें एक ट्रस्टेड सप्लायर के रूप में देखेंगे और कहेंगे, डोंट गो फॉर डाउट, गो फॉर इंडिया। साथियों, मैं समझता हूं कि इस दिशा में प्रयास करने का यह सबसे उचित समय है, क्योंकि इस समय जो परिस्थितियां चल रही हैं उसे आप सब देख रहे हैं। हमारे रीजन में ही आज जो स्थितियां उत्पन्न हो रही हैं उससे आप सभी अवगत ही नहीं हैं, बल्कि अच्छी तरह परिचित हैं। हमने हमेशा ही एक रिस्पॉन्सिबल नेशन होने का रोल बड़े संयम से निभाया है, सदैव निभाया है। हम लगातार इस बात के पक्ष कर रहे हैं कि समस्याओं का समाधान बातचीत के जरिए से हो, परंतु इसका अर्थ यह नहीं है कि हमारी सहनशीलता का कोई नाजायज फायदा उठाए। यदि कहीं कोई हमारे इस संयम का फायदा उठाने की कोशिश करता है तो उसे कल की तरह ही क्वालिटी कार्रवाई का सामना करने के लिए भी पूरी तरह से तैयार रहना होगा। कल की तरह ही क्वालिटी कार्रवाई का सामना करने के लिए उसे तैयार रहना होगा। भारत की संप्रभुता की सुरक्षा में कोई भी हद हमारे लिए बाधा नहीं बनेगी, इसका मैं देशवासियों को भरोसा देता हूं। मित्रों, ऐसे रिस्पॉन्सिबल रिस्पॉन्सेस के लिए हम आगे भी पूरी तरह से तैयार हैं। और यदि हमारी यह तैयारी बनी हुई है तो इसमें आपका एक बहुत बड़ा रोल है, बहुत ही महत्वपूर्ण रोल है। इसके लिए मैं आप सबको बधाई देना चाहता हूं, आप सबकी मैं सराहना करता हूं। भारत का यह एक्सपैंडिंग डिफेंस इंडस्ट्रियल यूनिवर्स, भारत का यह एक्सपैंडिंग डिफेंस इंडस्ट्रियल यूनिवर्स भारत को एक अभूतपूर्व संबल प्रदान कर रहा है। और इसी प्रकार अगर हम आज के ग्लोबल सिनेरियो पर नजर डालें तो ग्लोबल ऑर्डर में हमें बड़े बड़े चेंजेस देखने को मिल रहे हैं। हमारे सामने कई अनसर्टेन डायमेंशंस ओपन हो रहे हैं। यूरोप से लेकर एशिया तक हर जगह कॉन्फ्लिक्ट्स बढ़ते जा रहे हैं।
यूक्रेन रशिया कॉन्फ्लिक्ट, इजराइल पैलेस्टीन टेंशन और मिडिल ईस्ट अनरेस्ट ने यह साबित कर दिया है कि ग्लोबल स्टेबिलिटी आज अपने आप में बहुत ही फ्रेजाइल है। अभी पिछले कुछ समय से हमें यूरोपियन यूनियन और नाटो के सिक्योरिटी सिनेरियो में भी काफी हद तक बदलाव देखने को मिल रहा है। जो यूरोपियन यूनियन एक समय पर बड़े स्तर पर नाटो पर डिपेंडेंट था, वही यूरोपियन यूनियन आज बड़े स्तर पर रीअर्मामेंट की ओर तेजी से बढ़ रहा है। जाहिर सी बात है कि जब विकसित देश रीअर्मामेंट की तरफ बढ़ेंगे तो आर्म्स एंड इक्विपमेंट की डिमांड भी स्वाभाविक रूप से बढ़ेगी क्या, बल्कि मैं यह कह सकता हूं कि यह डिमांड लगातार नई ऊंचाइयां छू रही है। हाल ही में मैं स्टॉकहोम इंटरनेशनल पीस रिसर्च इंस्टीट्यूट की एक रिपोर्ट पढ़ रहा था और अभी कुछ दिन पहले उन्होंने एक रिपोर्ट जारी की है और उसी रिपोर्ट में यह बताया गया है कि वर्ल्ड मिलिट्री एक्सपेंडिचर 2024 में $2,718 बिलियन तक पहुंच गया है, जो अपने आप में मैं समझता हूं कि बहुत बड़ी बात है। यदि मैं और मेरे कहने का अर्थ यह है कि चाहे डोमेस्टिक डिफेंस रिक्वायरमेंट हो या इंटरनेशनल, आज आर्म्स एंड इक्विपमेंट तथा डिफेंस प्रोडक्ट्स की रिक्वायरमेंट पहले से कहीं ज्यादा है और आपके द्वारा किए जा रहे प्रयासों से इस देश का जो डिफेंस मैन्युफैक्चरिंग सेक्टर है वह ब्रांड इंडिया फिलॉसफी के साथ विश्व में अपना सिक्का जमा सकता है। साथियों, ऐसा नहीं है कि यह बात मैं सिर्फ कहने के लिए कह रहा हूं, हमने पास्ट में ऐसा करके दिखाया है। यदि मैं आंकड़ों की बात करूं तो अभी 2024-25 के फाइनेंशियल ईयर में हमारा डिफेंस एक्सपोर्ट अप्रॉक्सीमेटली 24,000 करोड़ के रिकॉर्ड आंकड़े को पार कर गया है और यह हम सबके लिए प्रसन्नता की बात है कि हमने इस लक्ष्य को प्राप्त किया है। ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਸੀ। ਉਹਨਾਂ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵੀ ਕਿਹਾ ਕਿ ਇਹ ਕਾਬਿਲੇ ਤਾਰੀਫ ਹੈ ਸਾਡੀ ਸੈਨਾਵਾਂ ਦੇ ਵੱਲੋਂ ਜੋ ਕੱਲ ਆਪਰੇਸ਼ਨ ਕੀਤਾ ਗਿਆ। ਨਾਲ ਹੀ ਉਹਨਾਂ ਨੇ ਦੁਸ਼ਮਣਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਵੀ ਅਜਿਹਾ ਹੋਰ ਭਾਰਤ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਤਾਂ ਭਾਰਤ ਚੁੱਪ ਨਹੀਂ ਬੈਠੇਗਾ, ਭਾਰਤ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਜਾਵੇਗਾ। ਜਿਸ ਤਰ੍ਹਾਂ ਸਟੀਕ ਕੁਆਲਿਟੀ ਦੇ ਨਾਲ ਕੱਲ ਆਪਰੇਸ਼ਨ ਸਿੰਦੂਰ ਕੀਤਾ ਗਿਆ ਸੀ, ਉਸੇ ਤਰ੍ਹਾਂ ਸਟੀਕ ਕੁਆਲਿਟੀ ਉਹਨਾਂ ਨੂੰ ਫਿਰ ਤੋਂ ਪਾਕਿਸਤਾਨ ਦੇ ਵਿੱਚ ਦੇਖਣੀ ਪਵੇਗੀ। ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਫਿਰ ਤੋਂ ਭਾਰਤ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਭਾਰਤ ਚੁੱਪ ਨਹੀਂ ਬੈਠੇਗਾ, ਭਾਰਤ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਜਾਵੇਗਾ। ਹਮਵਤਨੋ, ਅੱਜ ਸਾਡਾ ਦੇਸ਼ ਜੰਗ ਦੀ ਹਾਲਾਤ ਦੇ ਵਿੱਚ ਹੈ। ਕੋਈ ਵੀ ਸਿਆਣਾ ਸਮਾਜ ਜੰਗ ਨੂੰ ਪਸੰਦ ਨਹੀਂ ਕਰਦਾ। ਇਹ ਜੰਗ ਸਾਡੇ ਤੇ ਥੋਪੀ ਗਈ ਹੈ। ਪਹਿਲਾਂ ਪਾਰਲੀਮੈਂਟ ਤੇ ਹਮਲਾ ਹੋਇਆ, ਫਿਰ ਅਕਸ਼ਰਧਾਮ ਹੋਇਆ, ਫਿਰ ਉਰੀ ਹੋਇਆ, ਫਿਰ ਪਾਰਲੀਮੈਂਟ ਤੇ ਹਮਲਾ ਹੋਇਆ, ਫਿਰ ਪੁਲਵਾਮਾ ਹੋਇਆ, ਫਿਰ ਅਮਰਨਾਥ ਤੇ ਯਾਤਰਾ ਦੇ ਯਾਤਰੀਆਂ ਤੇ ਹਮਲਾ ਹੋਇਆ, ਹੁਣ ਪਹਿਲਗਾਮ ਹਮਲਾ ਹੋਇਆ। ਹੱਥ ਤੇ ਹੱਥ ਧਰ ਕੇ ਬੈਠ ਜਾਣਾ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਨਹੀਂ ਹੁੰਦੀ। ਲਿਹਾਜ਼ਾ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਦਾ ਜੋ ਫੈਸਲਾ ਹੈ ਇਹ ਸਹੀ ਤੇ ਬਰਵਕਤ ਲਿਆ ਗਿਆ ਕਿ ਇਹ ਸ਼ੈਤਾਨੀ ਚੱਕਰ ਹਮੇਸ਼ਾ ਲਈ ਖਤਮ ਹੋਣਾ ਚਾਹੀਦਾ ਹੈ। ਬਕੌਲ ਇੱਕ ਪੰਜਾਬੀ ਸ਼ਾਇਰ ਦੇ ਕਿ ਹੋਣੀ ਹੋ ਕੇ ਰਹਿੰਦੀ ਹੈ, ਹੋਣੀ ਰੋਕਿਆਂ ਰੁਕਦੀ ਨਹੀਂ, ਜੇ ਗੱਲ ਸ਼ੁਰੂ ਹੋ ਜਾਵੇ ਤਾਂ ਗੱਲ ਵੀ ਬਿਨਾਂ ਮੁਕਾਇਆ ਮੁੱਕਦੀ ਨਹੀਂ। ਇਹ ਪਾਕਿਸਤਾਨ ਨਾਲ ਇਹ ਗੱਲ ਮੁਕਾਉਣੀ ਤਾਂ ਪੈਣੀ ਸੀ ਔਰ ਪੁਲਵਾਮਾ ਤੋਂ ਬਾਅਦ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੇ ਬਾਲਾਕੋਟ ਦਾ ਜਵਾਬ ਦਿੱਤਾ, ਉਹਦੇ ਨਾਲ ਪਿਛਲੇ 5 ਸਾਲ ਹਿੰਦੁਸਤਾਨ ਦੇ ਚੈਨ ਨਾਲ ਗੁਜ਼ਰ ਗਏ। ਆਪਰੇਸ਼ਨ ਸਿੰਦੂਰ 'ਚ ਭਾਰਤ ਨੇ ਯੂਐਸ ਦਾ ਬਦਲਾ ਲਿਆ, ਪੱਤਰਕਾਰ ਦਾ ਬਦਲਾ ਲਿਆ ਹੈ। ਡੈਨੀਅਲ ਪਰਲ ਦੀ ਮੌਤ ਦਾ ਭਾਰਤ ਦੇ ਵੱਲੋਂ ਬਦਲਾ ਲਿਆ ਗਿਆ ਤਾਂ ਆਪਰੇਸ਼ਨ ਸਿੰਦੂਰ ਦੇ ਵਿੱਚ ਅਬਦੁਲ ਰਾਊਫ ਅਜ਼ਹਰ ਮਾਰਿਆ ਗਿਆ। IC-814 ਹਾਈਜੈਕਿੰਗ ਦਾ ਮਾਸਟਰਮਾਈਂਡ ਸੀ ਅਬਦੁਲ ਰਾਊਫ। ਹਾਈਜੈਕਿੰਗ ਤੋਂ ਬਾਅਦ ਅੱਤਵਾਦੀ ਉਮਰ ਸਈਦ ਸ਼ੇਖ ਨੂੰ ਰਿਹਾ ਕੀਤਾ ਗਿਆ ਸੀ। ਅੱਤਵਾਦੀ ਉਮਰ ਸਈਦ ਸ਼ੇਖ ਨੇ ਡੈਨੀਅਲ ਪਰਲ ਨੂੰ ਕਿਡਨੈਪ ਕੀਤਾ ਸੀ। ਬਾਅਦ ਦੇ ਵਿੱਚ ਅਲ-ਕਾਇਦਾ ਨੇ ਡੈਨੀਅਲ ਪਰਲ ਨੂੰ ਮਾਰ ਦਿੱਤਾ ਗਿਆ ਸੀ ਤਾਂ ਭਾਰਤ ਦੇ ਵੱਲੋਂ ਇਸ ਦਾ ਬਦਲਾ ਵੀ ਲਿੱਤਾ ਗਿਆ। ਆਪਰੇਸ਼ਨ ਸਿੰਦੂਰ ਦੇ ਦੌਰਾਨ ਭਾਰਤ ਦੇ ਵੱਲੋਂ ਬਦਲਾ ਲਿੱਤਾ ਗਿਆ ਤਾਂ ਪੱਤਰਕਾਰ ਦਾ
ਬਦਲਾ ਲਿੱਤਾ ਗਿਆ ਹੈ। ਡੈਨੀਅਲ ਪਰਲ ਦੀ ਮੌਤ ਦਾ ਭਾਰਤ ਨੇ ਬਦਲਾ ਲਿਆ ਹੈ। ਆਪਰੇਸ਼ਨ ਸਿੰਦੂਰ ਦੇ ਵਿੱਚ ਮਾਰਿਆ ਗਿਆ ਅਬਦੁਲ ਰਾਊਫ ਅਜ਼ਹਰ IC 814 ਹਾਈਜੈਕਿੰਗ ਦਾ ਮਾਸਟਰਮਾਈਂਡ ਸੀ। ਅਬਦੁਲ ਰਾਊਫ ਹਾਈਜੈਕਿੰਗ ਤੋਂ ਬਾਅਦ ਅਤਵਾਦੀ ਉਮਰ ਸਈਦ ਸ਼ੇਖ ਨੂੰ ਰਿਹਾ ਕੀਤਾ ਗਿਆ ਸੀ। ਅਤਵਾਦੀ ਉਮਰ ਸਈਦ ਸ਼ੇਖ ਨੇ ਡੈਨੀਅਲ ਪਰਲ ਨੂੰ ਕਿਡਨੈਪ ਕੀਤਾ ਸੀ। ਬਾਅਦ ਦੇ ਵਿੱਚ ਅਲ-ਕਾਇਦਾ ਨੇ ਡੈਨੀਅਲ ਪਰਲ ਨੂੰ ਮਾਰ ਦਿੱਤਾ ਸੀ, ਜਿਸ ਦਾ ਬਦਲਾ ਭਾਰਤ ਦੇ ਵੱਲੋਂ ਲਿਆ ਗਿਆ ਕੱਲ ਆਪਰੇਸ਼ਨ ਸਿੰਦੂਰ ਦੇ ਤਹਿਤ।